ਮਨੁੱਖ ਦਾ ਖੂਨ ਹੈ, ਇਹਦਾ ਕੋਈ ਸਬਸਟੀਚਿਊਟ ਨਹੀਂ ਹੈ, ਹੈ ਨਾ। ਕਿਸੇ ਫੈਕਟਰੀ ਦਾ ਪ੍ਰੋਡਕਟ ਨਹੀਂ ਹੈ। ਲੋਕ ਸ਼ਰਧਾ ਨਾਲ ਦਾਨ ਕਰਦੇ ਆ ਕਿ ਸਾਡੇ ਖੂਨ ਨਾਲ ਕਿਸੇ ਜਾਨ ਬਚਣੀ ਹੈ। ਜਦੋਂ ਇਨਸਾਨ ਦੂਜਾ ਲੈਣ ਜਾਂਦਾ, ਇਹ ਹਸਪੀਟਲ ਦਾ ਵਪਾਰ ਕਰਦੇ। ਕਈ ਨਿੱਜੀ ਵੱਡੇ ਹਸਪੀਟਲ ਨੇ, ਉੱਥੇ 3-3 ਹਜ਼ਾਰ ਰੁਪਏ ਦਾ ਯੂਨਿਟ ਮਿਲਦਾ, 2-2 ਹਜ਼ਾਰ ਰੁਪਏ ਦਾ ਮਿਲਦਾ ਹੈਗਾ। ਕੀ ਆਵਾਜ਼ ਕਦੇ ਚੱਕਣ ਦੀ ਜ਼ਰੂਰਤ ਨਹੀਂ ਪਈ ਹੈਗੀ ਤੁਹਾਨੂੰ? ਆਪਣੇ ਆਪਣੇ ਰੇਟ ਰੱਖੇ ਹੋਏ ਆ, ਇਹਦੇ 'ਚ ਵਪਾਰ ਅੱਜ ਵੀ ਇਹ ਲੋਕ ਕਰਦੇ ਆ। ਅਸੀਂ ਹਮੇਸ਼ਾ ਇਹਦਾ ਵਿਰੋਧ ਕੀਤਾ, ਪਰ ਸੁਣਵਾਈ ਨਹੀਂ। ਇਹਦੇ ਵਿੱਚ ਸਿੱਧੇ ਤੌਰ ਤੇ ਦੋਸ਼ੀ ਸਰਕਾਰਾਂ ਨੇ। ਕੋਈ ਪੈਸਾ ਨਹੀਂ ਸਰਕਾਰ ਦਿੰਦੀ। ਸਰਕਾਰ ਇੱਕ ਸਿਰਫ 50 ਰੁਪਏ ਪਰ ਯੂਨਿਟ ਰੀਫਰੈਸ਼ਮੈਂਟ ਦੇ ਦਿੰਦੀ ਹੈ ਜਦੋਂ ਅਸੀਂ ਕੈਂਪ ਲਾਉਂਦੇ ਆ, ਪਰ ਉਹ ਵੀ ਸਰਕਾਰ ਦਿੰਦੀ ਕਦੋਂ ਹੈ? ਦਿੰਦੀ ਨਹੀਂ। ਖੂਨਦਾਨ ਮਹਾਦਾਨ, ਪਰ ਖੂਨ ਦਾ ਹੋ ਰਿਹਾ ਵਪਾਰ। ਲੋਕਾਂ ਨੂੰ ਖਾਣੇ ਪੈ ਰਹੇ ਨੇ ਧੱਕੇ ਬਲੱਡ ਬੈਂਕਾਂ ਦੇ, ਚਾਹੇ ਉਹ ਸਰਕਾਰੀ ਨੇ ਚਾਹੇ ਉਹ ਪ੍ਰਾਈਵੇਟ ਨੇ। ਅੱਜ ਅਸੀਂ ਇੱਕ ਵੱਡਾ ਖੁਲਾਸਾ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਪਿਛਲੇ ਕੁਝ ਦਿਨ ਪਹਿਲਾਂ ਮੋਦੀਖਾਨੇ ਦੇ ਨਾਂ ਨੂੰ ਲੈ ਕੇ ਚਰਚਾ ਦੇ ਵਿੱਚ ਆਏ ਇੱਕ ਸਿੱਖ ਨੌਜਵਾਨ ਨੇ ਖੁਲਾਸਾ ਕੀਤਾ ਸੀਗਾ ਜੈਨਰਿਕ ਅਤੇ ਐਥੀਕਲ ਮੈਡੀਸਨ ਦੇ ਰੇਟ ਦੇ ਵਿੱਚ ਕੀ ਫਰਕ ਆ। ਇਸੇ ਤਰ੍ਹਾਂ ਨਾਲ ਦੁਕਾਨਾਂ ਖੁੱਲੀਆਂ ਮੋਦੀਖਾਨੇ ਦੇ ਨਾਂ 'ਤੇ, ਗੁਰੂ ਨਾਨਕ ਮੋਦੀਖਾਨੇ ਦੇ ਨਾਂ 'ਤੇ। ਉਸ ਤੋਂ ਬਾਅਦ ਲੋਕਾਂ ਨੂੰ ਉੱਥੇ ਸਸਤੀਆਂ ਦਵਾਈਆਂ ਮਿਲਣ ਲੱਗੀਆਂ। ਇਸ ਤੋਂ ਬਾਅਦ ਕਰਿਆਨੇ ਦੀਆਂ ਦੁਕਾਨਾਂ ਖੁੱਲੀਆਂ ਸਰਬੱਤ ਦੇ ਭਲੇ ਲਈ। ਹੁਣ ਇਸੇ ਤਰ੍ਹਾਂ ਨਾਲ ਅਸੀਂ ਸੋਚਦੇ ਹਾਂ ਇੱਕ ਖੂਨ ਜਿਹੜਾ ਕਿ ਮਜਬੂਰ ਲੋਕਾਂ ਨੂੰ ਚਾਹੀਦਾ ਹੁੰਦਾ। ਕਈ ਵਾਰ ਮਜਬੂਰੀ ਹੁੰਦੀ ਆ, ਲੋਕ ਖੂਨ ਬਲੱਡ ਬੈਂਕ ਦੇ ਬਾਹਰ ਖੜੇ ਹੁੰਦੇ ਨੇ ਜਿੱਥੇ ਕਿ ਬਲੱਡ ਨਹੀਂ ਮਿਲਦਾ, ਖੂਨ ਨਹੀਂ ਮਿਲਦਾ, ਉਹਨਾਂ ਤੋਂ ਡੋਨਰ ਦੀ ਡਿਮਾਂਡ ਕੀਤੀ ਜਾਂਦੀ ਆ। ਕਈ ਵਾਰ ਇਸ ਤਰ੍ਹਾਂ ਦੇ ਮਜਬੂਰ ਲੋਕ ਹੁੰਦੇ ਨੇ, ਉਹਨਾਂ ਕੋਲ ਪੈਸੇ ਵੀ ਨਹੀਂ ਹੁੰਦੇ। ਪਰ ਇੱਥੇ ਤੁਹਾਨੂੰ ਇਹ ਵੀ ਦੱਸ ਦੇਣਾ, ਬਲੱਡ ਦੇ ਚਾਰਜਸ ਵੀ ਫਿਕਸ ਨਹੀਂ ਹੈਗੇ। ਹਰ ਜਗ੍ਹਾ ਤੇ ਅਲੱਗ-ਅਲੱਗ ਚਾਰਜਸ ਨੇ। ਜਿਸ ਤਰ੍ਹਾਂ ਨਾਲ ਹੁਣ ਤੱਕ ਅਸੀਂ ਜਾਂਚ ਕੀਤੀ ਆ, ਜੇਕਰ ਅਸੀਂ ਰੈੱਡ ਕਰਾਸ ਜਾਵਾਂਗੇ ਤਾਂ ਉੱਥੇ 500 ਰੁਪਏ ਲੈ ਜਾਂਦੇ ਨੇ। ਜੇਕਰ ਸਰਕਾਰੀ ਹਸਪੀਟਲ ਜਾਵਾਂਗੇ ਤਾਂ ਉੱਥੇ 1000 ਤੋਂ 1400 ਦੇ ਵਿੱਚ ਲੈ ਜਾਂਦੇ ਨੇ। ਜੇਕਰ ਕਿਸੇ ਦੀ ਪ੍ਰਾਈਵੇਟ ਜਾਂ ਨਿੱਜੀ ਪ੍ਰਾਈਵੇਟ ਹਸਪੀਟਲ ਦੇ ਵਿੱਚ ਚਲੇ ਜਾਂਦੇ ਆ, ਉੱਥੇ ਜਿਹੜੀ ਡਿਮਾਂਡ ਆ ਹਜ਼ਾਰਾਂ ਦੇ ਵਿੱਚ ਹੋ ਜਾਂਦੀ ਆ। ਕਈ 2000 ਤੋਂ ਲੈ ਕੇ 3500 ਰੁਪਏ ਤੱਕ ਡਿਮਾਂਡ ਕੀਤੀ ਜਾਂਦੀ ਆ। ਲੇਕਿਨ ਜਦ ਖੂਨ ਲਿਆ ਜਾਂਦਾ ਤਾਂ ਉੱਥੇ ਖੂਨਦਾਨ ਮਹਾਦਾਨ ਦੇ ਨਾਮ ਦਾ ਕੈਂਪ ਲੱਗਦਾ। ਉੱਥੇ ਡੋਨਰਸ ਆਉਂਦੇ ਨੇ, ਫ੍ਰੀ ਆਫ ਕਾਸਟ ਦਿੰਦੇ ਨੇ। ਜ਼ਰੂਰ ਟੈਸਟਾਂ ਦਾ ਖਰਚਾ ਹੁੰਦਾ ਹੋਊਗਾ, ਬਲੱਡ ਦੇ ਜਿਹੜਾ ਪੈਕੇਟ ਆ ਉਹਦਾ ਖਰਚਾ ਹੁੰਦਾ ਗਾ। ਲੇਕਿਨ ਪਰ ਕਿਤੇ ਨਾ ਕਿਤੇ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਆ। ਇੱਥੇ ਜਿਹੜਾ ਬਲੱਡ ਦਾ ਕੋਈ ਜੈਨੂਅਨ ਰੇਟ ਕਰਨੇ ਚਾਹੀਦੇ ਨੇ ਤਾਂ ਜੋ ਮਜਬੂਰ ਵਿਅਕਤੀ ਨੂੰ ਬਲੱਡ ਸਹੀ ਰੇਟ ਤੇ ਮਿਲ ਸਕੇ। ਕਈ ਵਾਰ ਉਹਨਾਂ ਕੋਲ ਡੋਨਰ ਵੀ ਨਹੀਂ ਹੁੰਦੇ, ਫਿਰ ਵੀ ਉਹਨਾਂ ਤੋਂ ਡੋਨਰ ਮੰਗੇ ਜਾਂਦੇ ਨੇ। ਅੱਜ ਇਸੇ ਤਰ੍ਹਾਂ ਨਾਲ ਤਰਨਜੀਤ ਨਿਮਾਣਾ ਜੀ ਨੇ ਬਲੱਡ ਖੂਨਦਾਨ ਦੇ ਕੈਂਪ ਲਾਉਂਦੇ ਨੇ, ਲੇਕਿਨ ਪਰ ਖੂਨਦਾਨ ਦੇ ਕੈਂਪ ਬਹੁਤ ਲੱਗਦੇ ਨੇ, ਹਜ਼ਾਰਾਂ ਯੂਨਿਟ ਦਾਨ ਹੁੰਦੇ ਨੇ, ਪਰ ਲੋਕਾਂ ਨੂੰ ਫਿਰ ਵੀ ਮੁੱਲ ਲੈਣਾ ਪੈਂਦਾ ਖੂਨ। ਨਿਮਾਣਾ ਜੀ ਨਾਲ ਗੱਲ ਕਰਾਂਗੇ, ਕਿਉਂ ਮੁੱਲ ਵਿਕਦਾ ਖੂਨ, ਕਿਉਂ ਫਿਰ ਇਹ ਦਾਨ ਦਿੰਦੇ ਨੇ ਖੂਨ। ਇਹਨਾਂ ਨਾਲ ਗੱਲ ਕੀ ਕਹਿਣਾ ਚਾਹੁੰਦੇ ਨਿਮਾਣਾ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੂਨਦਾਨ ਇੱਕ ਮਹਾਦਾਨ ਹੈ। ਖੂਨਦਾਨ ਜਿਹੜਾ ਕੈਂਪਾਂ ਦੇ ਵਿੱਚ ਹੁੰਦਾ, ਸੰਸਥਾਵਾਂ ਰਾਹੀਂ ਹੁੰਦਾ। ਸੰਸਥਾ ਜਿਹੜੀ ਉਹ ਨਿਸ਼ਕਾਮ ਤੇ ਨਿਸਵਾਰਥ ਸੇਵਾਵਾਂ ਕਰਦੀਆਂ ਸਾਰੀਆਂ ਦਾ ਮੈਨੂੰ ਪਤਾ ਨਹੀਂ। ਸਾਡੀ ਸੰਸਥਾ ਦਾ ਨਿਸ਼ਕਾਮ ਤੇ ਨਿਸਵਾਰਥ ਸੇਵਾ, ਔਰ ਸਾਡੀ ਸੰਸਥਾ ਦਾ ਹੋਣ ਦੇ ਵਿੱਚ ਆਉਣ ਦਾ ਕਾਰਨ ਵੀ ਇਹੀ ਸੀਗਾ। ਅਕਾਲ ਪੁਰਖ ਨੇ ਕੀਤਾ। ਅੱਜ ਤੋਂ 15 ਸਾਲ ਪਹਿਲਾਂ ਦੀ ਗੱਲ ਆ। ਮੈਨੂੰ ਬਲੱਡ ਦੀ ਲੋੜ ਪਈ ਸੀ ਕਿਸੇ ਵਾਸਤੇ, ਅਤੇ ਉਦੋਂ ਮੈਨੂੰ ਗਿਆਨ ਨਹੀਂ ਸੀ ਬਲੱਡ ਬਾਰੇ। ਅਤੇ ਮੈਂ ਬੜੀ ਕੋਸ਼ਿਸ਼ ਕੀਤੀ, ਭਾਜਨਾਟ ਕੀਤੀ, ਅਤੇ ਪਤਾ ਲੱਗਾ 5000 10,000 8,000 ਦੀ ਬੋਤਲ ਇਸ ਤਰ੍ਹਾਂ ਦੀ ਮਿਲਦੀ ਆ। ਅਤੇ ਚਲੋ ਉਸ ਵੇਲੇ ਫਿਰ ਮਨ ਦੇ ਵਿੱਚ ਜਾਗ ਲੱਗੀ ਕਿ ਬਲੱਡ ਦੀ ਕਿੱਲਤ ਨੂੰ ਖਤਮ ਕਰਨਾ, ਇਹਦੇ ਵਪਾਰ ਨੂੰ ਖਤਮ ਕਰਨਾ, ਔਰ ਆਮ ਲੋਕਾਂ ਨੂੰ ਆਰਾਮ ਨਾਲ ਬਲੱਡ ਮਿਲ ਜਾਵੇ। ਸੋ ਇਸੇ ਕਰਕੇ ਸਾਡੀ ਸੰਸਥਾ ਜਿਹੜੀ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ, ਇਹ ਸਤਿਗੁਰੂ ਦੇ ਅਕਾਲ ਪੁਰਖ ਦੀ ਕਿਰਪਾ ਨਾਲ ਹੋਣ ਚਾਹੀ ਸੀਗੀ। ਔਰ ਉਸ ਤੋਂ ਬਾਅਦ ਅਸੀਂ ਫਿਰ ਇਹਦਾ ਸਾਰਾ ਸਰਵੇ ਕੀਤਾ ਵੀ ਕਿਸ ਤਰ੍ਹਾਂ ਹੁੰਦਾ। ਜਦੋਂ ਕੋਈ ਬਲੱਡ ਬਲੱਡ ਬੈਂਕ ਦੀ ਕੀ ਪਾਲਿਸੀਜ਼ ਹੈ ਕਿ ਜਦੋਂ ਬਲੱਡ ਲੈਣ ਆਪਾਂ ਜਾਂਦੇ ਹਾਂ ਹਸਪਤਾਲ ਦੇ ਵਿੱਚ, ਸਿੱਧੇ ਡਾਇਰੈਕਟ ਜਾਂਦੇ ਹਾਂ, ਕਿਸੇ NGO ਰਾਹੀਂ ਨਹੀਂ ਜਾਂਦੇ। ਤਾਂ ਇਹ ਜੋ ਦੱਸਦੇ ਆ ਅੱਜ ਤੱਕ ਕਿ ਬਲੱਡ ਦੀ ਜੇ ਰਿਪਲੇਸਮੈਂਟ ਤੋਂ ਬਿਨਾਂ ਇਹ ਬਲੱਡ ਨਹੀਂ ਦਿੰਦੇ, ਖੂਨ ਬਦਲੇ ਖੂਨ ਦਿਓ ਤਾਂ ਇਹ ਲੈਂਦੇ। ਜਿਹੜੀ ਸਰਕਾਰ ਹੈ ਉਹਨੇ ਤੈਅ ਕੀਤਾ ਹੋਇਆ 1450 ਰੁਪਏ ਰੇਟ ਕਿ ਇਹ ਤੁਸੀਂ ਪ੍ਰਾਈਵੇਟ ਵਾਲੇ ਆਪਣਾ ਚਾਰਜਸ ਖਰਚਾ ਲੈ ਸਕਦੇ ਆ। ਅਤੇ ਜਿਵੇਂ ਤੁਸੀਂ ਹੁਣੇ ਇੱਥੇ ਦੱਸਿਆ ਦਰਸ਼ਕਾਂ ਨੂੰ, ਜਿਹੜੇ ਲੋਕ ਆਪਣੇ ਆਪਣੇ ਰੇਟ ਰੱਖੇ ਹੋਏ ਆ, ਇਹਦੇ 'ਚ ਵਪਾਰ ਅੱਜ ਵੀ ਇਹ ਲੋਕ ਕਰਦੇ ਆ। ਅਸੀਂ ਹਮੇਸ਼ਾ ਇਹਦਾ ਵਿਰੋਧ ਕੀਤਾ, ਪਰ ਸੁਣਵਾਈ ਨਹੀਂ। ਇਹਦੇ ਵਿੱਚ ਸਿੱਧੇ ਤੌਰ ਤੇ ਦੋਸ਼ੀ ਸਰਕਾਰਾਂ ਨੇ।
ਨਾ ਨਿਭਾਣਾ ਜੀ ਸਭ ਤੋਂ ਵੱਡੀ ਗੱਲ ਆ, ਵੱਡੇ ਖੁਲਾਸੇ ਦਵਾਈਆਂ ਵਾਲੇ ਵੱਲ ਚੱਲੇ, ਕਰਿਆਨੇ ਵੱਲ ਚੱਲੇ, ਲੇਕਿਨ ਹੁਣ ਟੈਸਟਾਂ ਦੀ ਲੈਬੋਰਟਰੀ ਵੀ ਖੁੱਲੀ ਹੈ ਜਿੱਥੇ ਕਿ ਸਸਤੇ ਰੇਟਾਂ ਦੇ ਟੈਸਟ। ਪਰ ਖੂਨ ਇੱਕ ਮਹਾਦਾਨ ਆ, ਜਾਨ ਬਚ ਸਕਦੀ ਹੈ, ਲੇਕਿਨ ਮਜਬੂਰ ਹੋ ਕੇ ਲੋਕਾਂ ਨੂੰ ਧੱਕੇ ਖਾਣੇ ਪੈਂਦੇ ਨੇ। ਕਿਉਂ ਨਹੀਂ, ਜਦ ਤੁਸੀਂ ਸੰਸਥਾਵਾਂ ਫ੍ਰੀ ਆਫ ਕਾਸਟ ਉੱਥੇ ਬਲੱਡ ਦਿੰਦੀਆਂ ਨੇ, ਫਿਰ ਟੈਸਟਾਂ ਦੇ ਪੈਸੇ ਕਿਉਂ ਨਹੀਂ ਦੇ ਭਾਅ 'ਤੇ ਕਿਉਂ ਨਹੀਂ ਖੂਨ ਦਿੱਤਾ ਜਾਂਦਾ, ਕਿਉਂ ਪੈਸੇ ਲੈ ਜਾਂਦੇ ਨੇ? ਤੁਸੀਂ ਕਿਉਂ ਨਹੀਂ ਇਸ 'ਤੇ ਆਵਾਜ਼ ਉਠਾਉਂਦੇ? ਬਿਲਕੁਲ ਇਹਦੀ ਆਵਾਜ਼ ਉਠਾਈ ਹੋਈ ਹੈ। ਅਕਾਲ ਪੁਰਖ ਦੀ ਕਿਰਪਾ ਦੇ ਨਾਲ ਸਾਡਾ ਸਾਰਿਆਂ ਬਲੱਡ ਬੈਂਕਾਂ 'ਤੇ ਕੰਟਰੋਲ ਹੈ, ਸਾਡਾ ਆਪਦਾ। ਜਦੋਂ ਸਾਡੇ ਕੋਲ ਕੋਈ ਲੈਣ ਦਾ, ਇਹਨੂੰ ਕੰਟਰੋਲ ਰੇਟ ਤੋਂ ਵੀ ਘੱਟ ਰੇਟ ਤੇ ਲੈ ਕੇ ਦਿੰਦੇ ਆ ਬਲੱਡ। ਜਿਸ ਤਰ੍ਹਾਂ ਰੈੱਡ ਕ੍ਰੋਸ ਹੈ 500 'ਚ, ਉਹ ਸਰਕਾਰੀ ਹੈ। ਰੈੱਡ ਕ੍ਰੋਸ ਵੀ ਵਪਾਰ ਕਰਦਾ ਜਿਹੜਾ ਡੀਸੀ ਦੇ ਅੰਡਰ ਆਉਂਦਾ, ਜਿਹੜਾ ਪ੍ਰੈਜ਼ੀਡੈਂਟ ਡੀਸੀ ਉਹਦਾ ਵਪਾਰ। ਮੈਂ ਸਿਰੇ ਕਹਿੰਦਾ ਕਿ ਜੇ ਤੁਸੀਂ ਲੈਣ ਗਏ ਹੋ, ਜੇ ਤੁਹਾਡਾ ਡੋਨਰ ਹੈਗਾ ਤਾਂ 500 ਲੈਣਗੇ, ਜੇ ਡੋਨਰ ਨਹੀਂ ਤੇ ਇਹ ਵੀ 900 ਲੈਂਦੇ ਆ। ਇਹਨਾਂ ਨੂੰ ਪੁੱਛੋ, ਮੈਂ ਡੀਸੀ ਸਾਹਿਬ ਨੂੰ ਪੁੱਛਣਾ ਵੀ ਤੁਸੀਂ 900 ਕਾਹਦਾ ਲੈਂਦੇ? ਚਲੋ ਸਰਕਾਰੀ ਹੈ, ਫਿਰ ਵੀ 500 ਤੇ 900 ਦਾ ਹੈਗਾ ਮਸਲਾ। ਜਿਹੜੇ 3-3 ਹਜ਼ਾਰ ਲੈਂਦੇ ਨੇ ਜਾਂ ਪ੍ਰਾਈਵੇਟ ਨੂੰ ਤੁਸੀਂ ਦਿੰਦੇ ਹੋ, ਉੱਥੇ ਕਿਉਂ ਨਹੀਂ ਆਵਾਜ਼ ਉਠਾਈ ਹੈਗੀ ਕਦੇ ਤੱਕ ਵੀ ਤੁਸੀਂ ਇੰਨੇ ਪੈਸੇ ਲੈਂਦੇ ਹੋ? ਕਿਸੇ ਮਜਬੂਰ ਕੋਲ ਕਈ ਵਾਰ ਪੈਸੇ ਵੀ ਨਹੀਂ ਹੁੰਦੇ ਹੈਗੇ, ਟੈਸਟ ਦੇ ਵੀ ਪੈਸੇ ਨਹੀਂ ਹੁੰਦੇ, ਉਹਨੂੰ ਮਜਬੂਰੀ ਹੁੰਦੀ ਹੈ, ਉੱਥੇ ਫਿਰ ਉਹਨਾਂ ਤੋਂ ਡੋਨਰ ਵੀ ਮੰਗਿਆ ਜਾਂਦਾ। ਤੇ ਜਦ ਕਿ ਡੋਨਰ ਮੰਗ ਨਹੀਂ ਸਕਦੇ, ਫਿਰ ਕਿਉਂ ਡੋਨਰ ਦੀ ਡਿਮਾਂਡ ਕਰਦੇ ਨੇ? ਹਾਂ, ਇਹਦੇ ਬਾਰੇ ਤੁਸੀਂ ਦੱਸ ਦਿਓ, ਕੋਈ ਡੋਨਰ ਨਹੀਂ ਮੰਗ ਸਕਦੇ। ਮੈਨੂੰ ਇਹਦੇ ਬਾਰੇ ਅੱਜ ਵੀ ਗਿਆਨ ਨਹੀਂ ਹੈ। ਸਾਨੂੰ ਤਾਂ ਇੰਨਾ ਹੀ ਪਤਾ ਕਿ ਕਦੇ ਖੂਨ ਬਦਲੇ ਖੂਨ ਦਿਓਗੇ ਤਾਂ ਤੁਹਾਨੂੰ ਅਸੀਂ ਬਲੱਡ ਦਿਆਂਗੇ, ਜਦੋਂ ਆਮ ਵਿਅਕਤੀ ਡਾਇਰੈਕਟ ਲੈਣ ਜਾਂਦਾ ਹੈ। ਜਿੱਥੇ ਮੈਂ ਰੈੱਡ ਕ੍ਰਾਸ ਦੀ ਗੱਲ ਕੀਤੀ, ਮੈਂ ਸੇ ਕੀਤੀ ਕਿ ਉਹ ਡੀਸੀ ਦੇ ਅੰਦਰ, ਸਰਕਾਰ ਦੇ ਅੰਦਰ ਹੈ। ਇਸ ਤਰ੍ਹਾਂ ਸਿਵਲ ਹੈ, ਸਰਕਾਰੀ ਹੈ, ਉੱਥੇ 1000 ਰੁਪਏ ਫੀਸ ਹੈ, ਉੱਥੇ ਕੋਈ ਡਬਲ ਫੀਸ ਨਹੀਂ ਹੈਗੀ। ਉੱਥੇ ਜੇ ਤੁਸੀਂ ਡੋਨਰ ਦਿਓਗੇ ਤਾਂ ਵੀ ਇੰਨਾ ਹੈ, ਜੇ ਉਹਨਾਂ ਕੋਲ ਬਲੱਡ ਪਿਆ ਉਹ ਡੋਨਰ ਨਹੀਂ ਲੈਂਦੇ ਤਾਂ ਵੀ ਦੇ ਦਿੰਦੀ ਹੈ। ਪਰ ਰੈੱਡ ਕ੍ਰਾਸ ਇਸ ਤਰ੍ਹਾਂ ਨਹੀਂ ਕਰਦਾ। ਪ੍ਰਾਈਵੇਟ ਹਸਪੀਟਲ ਦੀ ਕਿਉਂ ਨਹੀਂ ਗੱਲ ਕਰਦੇ ਪਏ? ਜਿੱਥੇ ਤੁਸੀਂ ਦਾਨ ਦਿੰਦੇ ਹੋ, ਤੁਸੀਂ ਦਾਨ ਕਿਤੇ ਤੁਸੀਂ, ਤੁਹਾਡਾ ਆਪਸ ਵਿੱਚ ਕੋਈ ਸਾਂਠ-ਗਾਂਠ ਤਾਂ ਨਹੀਂ ਹੈਗੀ ਤੁਹਾਡੀ ਸੰਸਥਾਵਾਂ ਦੀ? ਬਿਲਕੁਲ ਸਾਂਠ-ਗਾਂਠ ਹੈਗੀ ਹੈ। ਪ੍ਰਾਈਵੇਟ ਤੇ ਵੀ ਮੈਂ ਆਣਾ, ਹਜੇ ਤਾਂ ਮੈਂ ਇਹ ਬੋਲ ਰਿਹਾ, ਤੁਸੀਂ ਮੈਨੂੰ ਕੱਟਤਾ ਵਿੱਚ। ਪ੍ਰਾਈਵੇਟ ਨਾਲ ਸਾਂਠ-ਗਾਂਠ ਪੂਰੀ ਹੈ ਸਾਡੀ। ਸਾਂਠ-ਗਾਂਠ ਇਸ ਗੱਲ ਦੀ ਹੈ ਕਿ ਮੇਰਾ ਇਹਨਾਂ ਦਾ ਸ਼ਿਕੰਜਾ, ਮੈਂ ਇਹਨਾਂ ਦਾ ਕੰਟਰੋਲ ਰੇਟ 'ਚ ਲਿਖਦਾ। ਸਰਕਾਰ ਦਾ 1450 ਰੁਪਏ ਰੇਟ ਹੈ। GTB ਹਸਪੀਟਲ, ਕ੍ਰਿਸ਼ਨਾ ਹਸਪੀਟਲ, ਰਘੁਨਾਥ ਹਸਪੀਟਲ, ਪ੍ਰੀਤ ਹਸਪਤਾਲ, ਗੁਰੂ ਨਾਨਕ ਹਸਪੀਟਲ, ਇਹ ਹੋਰ ਅਦਰ ਹਸਪੀਟਲ ਇਹੋ ਜਿਹੇ ਜਿਹੜੇ ਚੈਰੀਟੇਬਲ ਨਾਲ ਸੰਬੰਧਿਤ ਨੇ, ਇਹਨਾਂ ਸਾਰਿਆਂ ਦਾ ਰੇਟ ਸਰਕਾਰ ਵੱਲੋਂ ਤੈਅ ਹੈ 1450 ਰੁਪਈਆ। ਔਰ ਇਹ 1600 1800 ਇਸ ਤਰ੍ਹਾਂ ਲੈਂਦੇ ਆ, ਹੈ ਨਾ। ਔਰ ਸਾਡੀ ਸੰਸਥਾ ਇਹਨਾਂ ਸਾਰਿਆਂ ਕੋਲੋਂ 1200 ਰੁਪਏ 'ਚ ਲੈ ਕੇ ਦਿੰਦੇ, ਔਰ ਬਿਨਾਂ ਰਿਪਲੇਸਮੈਂਟ। ਅਸੀਂ ਡੋਨਰ ਨਹੀਂ ਕਿਸੇ ਕੋਲੋਂ ਮੰਗਦੇ। ਜਿਹੜਾ ਤੁਹਾਡੇ ਤੱਕ ਨਾ ਪਹੁੰਚ ਕਰ ਸਕੇ, ਆਮ ਵੀ ਲੋਕ ਨੇ, ਤੁਸੀਂ ਹਸਪੀਟਲ ਜਿਹੜਾ ਤੁਹਾਡੀ ਸੰਸਥਾ ਨੂੰ ਨਹੀਂ ਜਾਣਦਾ, ਸਿੱਧਾ ਜਾਣਦਾ ਹੈਗਾ, ਤਾਂ ਉਹਨਾਂ ਨੂੰ ਇਸੇ ਤਰ੍ਹਾਂ ਉਹਨਾਂ ਨਾਲ ਲੁੱਟ ਹੁੰਦੀ ਰਹੂਗੀ। ਤੁਸੀਂ ਇਹਨਾਂ ਹਸਪੀਟਲ, ਕਈ ਨਿੱਜੀ ਵੱਡੇ ਹਸਪੀਟਲ ਨੇ, ਉੱਥੇ 3-3 ਹਜ਼ਾਰ ਰੁਪਏ ਦਾ ਯੂਨਿਟ ਮਿਲਦਾ, 2-2 ਹਜ਼ਾਰ ਰੁਪਏ ਦਾ ਮਿਲਦਾ ਹੈਗਾ। ਕੀ ਆਵਾਜ਼ ਕਦੇ ਚੱਕਣ ਦੀ ਜ਼ਰੂਰਤ ਨਹੀਂ ਪਈ ਹੈਗੀ ਤੁਹਾਨੂੰ ਇਸ ਬਾਰੇ? ਬਿਲਕੁਲ, ਮੈਂ ਬੜੀ ਵਾਰੀ ਆਵਾਜ਼ ਚੱਕਦਾ, ਪਰ ਇੱਥੇ ਸਰਕਾਰਾਂ ਨਾਲ ਨੇ, ਕੋਈ ਸੁਣਵਾਈ ਨਹੀਂ ਹੈਗੀ। ਤੇ ਸਾਡੇ ਕੋਲ ਵੀ ਇੰਨਾ ਸਮਾਂ ਨਹੀਂ ਹੈਗਾ। ਮੇਰਾ ਤਾਂ 24 ਘੰਟੇ ਬਲੱਡ ਦੀ ਸੇਵਾ ਰਜੀਵਾ ਰਹਿੰਦਾ। ਜੇ ਮੈਂ ਇੱਧਰ ਧਿਆਨ ਦਿੰਦਾ, ਮੈਂ ਇੱਕ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੋਈ ਜੋ ਸਾਡੇ ਜਿਆਣੀ ਸਾਹਿਬ ਮੰਤਰੀ ਸਨ, ਉਹਨਾਂ ਦੇ ਵੇਲੇ 2500 ਦੀ ਬੋਤਲ ਸਿਵਲ ਹਸਪਤਾਲ ਦੇ ਵਿੱਚ ਕੌਰ ਸਿੰਘ ਦਾ ਨਾਮ ਦਾ ਬੰਦਾ ਉੱਥੇ ਲੈਂਦਾ ਸੀ। ਉਹ 4 ਬੰਦਿਆਂ ਦਾ ਗਰੁੱਪ ਸੀਗਾ। ਮੈਂ ਉਹਨਾਂ ਨੂੰ ਰੰਗੀ ਹੱਥ ਫੜਿਆ, ਉਹਨਾਂ ਦੀ ਵੀਡੀਓ ਆਡੀਓ ਵਾਇਰਲ ਕੀਤੀਆਂ। ਮੈਂ ਜਿਆਣੀ ਸਾਹਿਬ ਨੂੰ ਮਿਲਿਆ, ਉਦੋਂ ਉੱਥੋਂ ਰੇਣੂ ਛਤਵਾਲ ਨਾਮ ਦੇ ਇੱਕ ਸੀਗੇ ਸਿਵਲ ਸਰਜਨ, ਉਹਨਾਂ ਨੂੰ ਸ਼ਿਕਾਇਤ ਕੀਤੀ। ਸਿਵਲ ਸਰਜਨ ਭਜਦਾ ਸੀ, ਮੰਤਰੀ ਸਾਹਿਬ ਸਾਡੇ ਜਿਆਣੀ ਸਾਹਿਬ। ਮੈਂ ਉਹਨਾਂ ਨੂੰ ਫਿਰ ਉਹ ਡਿਊਟੀ ਲਾ ਕੇ ਗਏ, ਜੀਰਾ ਚੱਲਿਆ, ਪ੍ਰੂਫ ਦਿੱਤੇ। ਉਦੋਂ ਇਹਨਾਂ ਨੇ ਬਿਠਾਈ ਇੱਕ ਆਪਣੀ ਕੋਆਰਡੀਨੇਸ਼ਨ ਕਮੇਟੀ, ਜਿਹਦੇ ਵਿੱਚ ਜਾ ਕੇ ਜੀਰਾ ਚੱਲਿਆ ਸਾਡਾ। ਉਹਦੇ ਵਿੱਚ ਵੀ ਉਹਨਾਂ ਨੇ ਮੁੜ ਕੇ ਉਹਨੂੰ ਬਰੀ ਕਰਤਾ ਸਾਫ਼ ਹੀ। ਅਤੇ ਉਸ ਤੋਂ ਬਾਅਦ ਫਿਰ ਮੈਨੂੰ ਥੋੜ੍ਹੇ ਦਿਨਾਂ ਬਾਅਦ 1 ਅਕਤੂਬਰ ਨੂੰ ਮੈਨੂੰ ਬਠਿੰਡੇ ਦੇ ਵਿੱਚ ਮੰਤਰੀ ਸਾਹਿਬ ਨੇ ਮੈਨੂੰ ਅਵਾਰਡ ਦੇਣਾ ਸੀਗਾ। ਫਿਰ ਮੈਂ ਉੱਥੇ ਜਾ ਕੇ ਉਹਨਾਂ ਨੂੰ ਮੈਂ ਕਿਹਾ, ਜਮਾਨਾ ਸਾਹਿਬ ਤੁਸੀਂ ਆਪਣੀ ਗੱਲ ਕਰਦੇ ਹੋ, ਤੁਸੀਂ ਆਵਾਜ਼ ਕਿਉਂ ਨਹੀਂ ਚੱਕਦੇ ਹੈਗੇ? ਜਿਵੇਂ ਹੁਣ ਵੀ ਤੁਸੀਂ, ਹੁਣ ਲੋਕ ਤੁਹਾਡੇ ਤੇ ਡਿਪੈਂਡ ਹੋ ਜਾਣ ਵੀ ਉਹਨਾਂ ਤੋਂ ਹਟਣ, ਤੁਹਾਡੇ ਤੇ ਡਿਪੈਂਡ ਹੋਣ, ਤੁਹਾਤੋਂ ਆ ਕੇ ਖੂਨ ਬਲੱਡ ਮੰਗਣ ਵੀ ਬਲੱਡ ਦੀ ਲੋੜ ਆ, ਰਾਤ ਨੂੰ ਅੱਧੀ ਰਾਤ ਨੂੰ ਲੋੜ ਆ, ਤੁਹਾਡਾ ਫੋਨ ਬੰਦ ਹੋ, ਸੰਸਥਾ ਕਹਿੰਦੀਆਂ ਨੇ ਲੋਕ ਤੁਹਾਡੇ ਤੇ ਡਿਪੈਂਡ ਹੋ ਜਾਣ। ਜਦ ਤੁਸੀਂ ਫ੍ਰੀ ਆਫ ਕਾਸਟ ਉਹਦੇ ਮਹਾਦਾਨ ਕਰਦੇ ਹੋ, ਕਿਉਂ ਨਹੀਂ ਉਹਨਾਂ ਤੇ ਇੱਕ ਰਿਸਟ੍ਰਿਕਸ਼ਨ ਲਾਉਂਦੇ ਹੈਗੇ? ਕਿਉਂ ਨਹੀਂ ਉਹਨਾਂ ਨੂੰ ਕਹਿੰਦੇ ਵੀ ਜੇ ਅਸੀਂ ਫ੍ਰੀ ਦਿੱਤਾ ਤਾਂ ਫ੍ਰੀ ਦਿੱਤਾ ਜਾਵੇ ਬਲੱਡ, ਜਿਹੜਾ ਖਰਚਾ ਉਹੀ ਕਾਸਟ ਲਈ ਜਾਵੇ? ਕਿਉਂ ਨਹੀਂ ਇਹ ਗੱਲ ਕਰਦੇ ਹੈਗੇ, ਡਿਮਾਂਡ ਕਰਦੇ? ਅਸੀਂ ਕਰਦੇ ਹਾਂ, ਸੁਣਵਾਈ ਨਹੀਂ। ਮੈਂ ਦੱਸਤਾ ਤੁਹਾਨੂੰ। ਮੈਂ ਹੁਣ ਕਿਉਂ ਤੁਸੀਂ ਖੂਨਦਾਨ ਕਰਦੇ ਹੋ, ਕਿਉਂ ਕੈਂਪ ਲਾਉਂਦੇ ਹੋ? ਜਦ ਸਰਕਾਰਾਂ ਖੂਨਦਾਨ ਮਹਾਦਾਨ ਹੈਗਾ, ਲੇਕਿਨ ਦਾਨ ਦੀ ਰਕਮ ਦਾਨ ਦੇ ਵਿੱਚ ਜਾਣੀ ਚਾਹੀਦੀ ਹੈ, ਨਾ ਕਿ ਉਹਦਾ ਕੋਈ ਖਰਚਾ ਲਿਆ। ਬਿਲਕੁਲ ਜਿਹੜੇ ਨੋਮੀਨਲ ਚਾਰजेस ਨੇ, ਜਿਹੜੇ ਖਰਚੇ ਪੈਂਦੇ ਨੇ, ਉਹ ਲੈ ਜਾਣ। ਪਰ ਫਿਰ ਕਿਉਂ, ਜੇ 1450 ਫਿਕਸ ਆ, 1450 ਕਿਉਂ ਨਹੀਂ ਲਿਆ ਜਾਂਦਾ? ਇਸ ਤਰ੍ਹਾਂ ਦੇ ਕਿਹੜੇ ਖਰਚੇ ਨੇ ਜਿਹੜੇ ਕਿ ਪ੍ਰਾਈਵੇਟ 'ਚ ਹੋਰ ਹੁੰਦੇ ਨੇ, ਸਰਕਾਰੀ 'ਚ ਹੋਰ ਹੁੰਦੇ ਨੇ, ਉੱਥੇ ਟੈਸਟ ਗਲਤ ਹੁੰਦੇ ਨੇ, ਉੱਥੇ ਠੀਕ ਹੁੰਦੇ ਨੇ? ਕੀ ਹੈਗਾ?
ਬ੍ਰਦਰ ਇਹ ਤਾਂ ਹੁਣ ਸਰਕਾਰਾਂ ਹੀ ਜਵਾਬ ਦੇ ਸਕਦੀਆਂ ਕਿਉਂਕਿ ਵਪਾਰ ਸਰਕਾਰਾਂ ਕਰਵਾਉਂਦੀਆਂ। ਮੈਂ ਪਹਿਲਾਂ ਵੀ ਦੱਸਿਆ ਇਹ 'ਚ ਸਰਕਾਰ ਦੋਸ਼ੀ ਹੈ। ਦੇਖੋ ਮਨੁੱਖ ਦਾ ਖੂਨ ਹੈ, ਇਹਦਾ ਕੋਈ ਸਬਸਟੀਚਿਊਟ ਨਹੀਂ ਹੈ, ਹੈ ਨਾ, ਕਿਸੇ ਫੈਕਟਰੀ ਦਾ ਪ੍ਰੋਡਕਟ ਨਹੀਂ ਹੈ। ਲੋਕ ਸ਼ਰਧਾ ਨਾਲ ਦਾਨ ਕਰਦੇ ਆ ਕਿ ਸਾਡੇ ਖੂਨ ਨਾਲ ਕਿਸੇ ਜਾਨ ਬਚਣੀ ਹੈ। ਜਦੋਂ ਇਨਸਾਨ ਦੂਜਾ ਲੈਣ ਜਾਂਦਾ ਇਹ ਹਸਪਤਾਲ ਦਾ ਵਪਾਰ ਕਰਦੇ। ਸਿੱਧੇ ਤੌਰ ਤੇ ਸਰਕਾਰਾਂ ਦੋਸ਼ੀ ਨੇ। ਸਰਕਾਰਾਂ GST ਲੈਂਦੀ, CST ਲੈਂਦੀ, 50 ਰੁਪਏ ਤੋਂ ਵੱਧ ਸਾਡੇ ਕੋਲ ਟੈਕਸ ਲੈਂਦੀ ਹੈ। ਬੜੀ ਵਾਰੀ ਚੱਕੀ, ਸੁਣਦੇ ਨਹੀਂ। ਸਰਕਾਰ ਨੂੰ ਨਹੀਂ ਪਤਾ। ਤੁਸੀਂ ਹੁਣ ਵੀ ਕਿੰਨੇ ਕੈਂਪ ਲਾਏ ਨੇ, ਜਦ ਸੁਣਦੇ ਨਹੀਂ ਹੈਗੇ ਤੁਸੀਂ ਇਹਨਾਂ ਦੇ ਸੁਣ ਕੇ ਕੈਂਪ ਕਿਉਂ ਲਾਉਂਦੇ ਹੋ? ਇਹਨਾਂ ਨੂੰ ਬਲੱਡ ਉਹਨੂੰ ਦੋ, ਕੋਈ ਤੁਸੀਂ ਸ਼ਰਤਾਂ ਹੀ ਰੱਖ ਸਕਦੇ ਜਿੰਨੇ ਵੀ ਜਥੇਬੰਦੀ। ਸਾਡੀਆਂ ਸ਼ਰਤਾਂ ਕਰਕੇ ਤੇ ਸਮਾਜ ਦਾ ਭਲਾ ਹੋ ਰਿਹਾ ਹੈ। ਜਿਹੜਾ ਅਸੀਂ ਕੰਟਰੋਲ ਕੀਤਾ ਠੀਕ ਹੈ, ਸਾਡੇ ਕੋਲ ਆਓ। ਤੁਹਾਡੇ ਕੋਲ ਕਿਉਂ ਆਉਣ ਜਦ ਤੁਸੀਂ ਉੱਥੇ ਕਿਹਾ ਹੋਊਗਾ ਵੀ ਬਲੱਡ ਲੈਣ ਆਉਂਦਾ ਕੋਈ ਵੀ ਬੰਦਾ ਸਾਡੀ ਸੰਸਥਾ ਨਾਲ ਜੁੜਿਆ ਨਹੀਂ ਜੁੜਿਆ ਉਹਨੂੰ ਬਲੱਡ ਕੰਟਰੋਲ ਰੇਟ ਤੇ ਦਿੱਤਾ ਜਾਵੇ? ਸਰ ਇਹ ਨਹੀਂ ਦਿੰਦੇ। ਮੈਂ ਤਾਂ ਮੈਂ ਸਰਕਾਰ ਨਹੀਂ ਹੈਗਾ, ਮੇਰੀ ਸੰਸਥਾ। ਜਿਹੜਾ ਤੁਸੀਂ ਗੱਲ ਕਰਦੇ ਹੋ ਇਹ ਮੁੱਦਾ ਉਠਾਉਣ ਵਾਲਾ ਹੈਗਾ ਕਿ ਨਹੀਂ ਹੈਗਾ? ਜਿਵੇਂ ਖੂਨ ਇੱਕ ਬਹੁਤ ਬਿਲਕੁਲ ਮੈਂ ਕਈ ਵਾਰੀ ਉਠਾਇਆ। ਵਪਾਰ ਤਾਂ ਇਹ ਕਰਾਉਂਦੇ ਨਹੀਂ। ਮੈਂ ਕਹਿੰਦਾ ਵਪਾਰ ਕਿਉਂ ਹੋਵੇ, ਖੂਨ ਫ੍ਰੀ ਹੋਣਾ ਚਾਹੀਦਾ। ਇਹਦਾ ਜਿਹੜਾ ਖਰਚਾ ਹੈਗਾ ਕੋਈ ਜ਼ਿਆਦਾ ਖਰਚ ਨਹੀਂ ਹੈਗੇ, ਹੈ ਨਾ। ਇਹ ਸਰਕਾਰ ਨੂੰ ਪੇ ਕਰਨੀ ਚਾਹੀਦੀ ਹੈ। ਕੋਈ ਵੀ ਜਾਵੇ ਸਿੱਧਾ ਜਾ ਕੇ ਬਲੱਡ ਦੇ ਲਵੇ। ਬਲੱਡ ਜਿੰਨਾ ਚੀਜ਼ ਅਸੀਂ ਇਕੱਠਾ ਕਰ ਦਿੰਦੇ ਹਾਂ। ਅਸੀਂ ਬਲੱਡ ਤੁਸੀਂ ਕਿਹਾ ਵੀ ਤੁਸੀਂ ਕੈਂਪ ਕਿਉਂ ਲਾਉਂਦੇ ਆ? ਕੈਂਪ ਜੇ ਅਸੀਂ ਨਹੀਂ ਲਾਵਾਂਗੇ ਤੇ ਲੋੜਵੰਦਾਂ ਨੂੰ ਬਲੱਡ ਕਿੱਥੋਂ ਮਿਲੇਗਾ? ਨਹੀਂ, ਤੁਸੀਂ ਤਾਂ ਦਾਨ ਕਰਦੇ ਨੇ, ਲੋਕ ਦਾਨ ਕਰਦੇ ਨੇ, ਜਿਹਨੂੰ ਲੋੜ ਆ ਉਹਨੂੰ ਵੀ ਦਾਨ ਦਿੱਤਾ ਜਾਣਾ ਚਾਹੀਦਾ। ਸਿਰਫ ਟੈਸਟਾਂ ਦਾ ਖਰਚਾ ਲਿਆ ਜਾਵੇ। ਜਦ ਖੂਨ ਲੈਣ ਵੇਲੇ ਨਹੀਂ ਕੋਈ ਪੈਸਾ ਦਿੰਦਾ ਹੈਗਾ ਤੁਹਾਨੂੰ, ਲੈਂਦੇ ਕਿਸ ਤੋਂ, ਤਾਂ ਖੂਨ ਦੇਣ ਵੇਲੇ ਕਿਉਂ ਪੈਸਾ ਲਿਆ ਜਾਵੇ? ਸਰ ਮੈਂ ਫਿਰ ਉਹੀ ਗੱਲ ਆ ਗਈ। ਇਹ ਤੇ ਹਸਪਤਾਲ ਵਾਲਿਆਂ ਨੂੰ ਅਸੀਂ ਗੱਲ ਕਰਦੇ ਹਾਂ। ਹਸਪਤਾਲ ਵਾਲੇ ਕਹਿੰਦੇ ਆ ਜੀ ਸਾਨੂੰ ਸਰਕਾਰ ਕੋਈ ਐਡ ਨਹੀਂ ਦਿੰਦੀ, ਸਾਡੇ ਖਰਚੇ ਨੇ ਕਰੋੜਾਂ। ਸੰਸਥਾਵਾਂ ਦੇ ਖਰਚੇ ਕਿੱਥੋਂ ਚੱਲਦੇ ਨੇ? ਕਿਤੇ ਇਹ ਤਾਂ ਨਹੀਂ ਹੈਗਾ ਵੀ ਤੁਹਾਨੂੰ ਸਰਕਾਰਾਂ ਵੱਲੋਂ ਪੈਸੇ ਆਉਂਦੇ ਹੋਣ ਤਾਂ ਤੁਸੀਂ ਇਹ ਸਿਰਫ ਇੱਕ ਦੱਬੀ ਆਵਾਜ਼ ਦੇ ਵਿੱਚ ਰੱਖੇ ਹੋ ਤਾਂ ਹੀ ਬਲੱਡ ਕੈਂਪ ਲੱਗਦੇ ਹੋ? ਨਹੀਂ, ਬਿਲਕੁਲ ਸਰਕਾਰ ਦੇਖੋ ਇਦਾਂ ਦਾ ਕੋਈ ਕੁਛ ਨਹੀਂ ਹੈਗਾ। ਕੋਈ ਪੈਸਾ ਨਹੀਂ ਸਰਕਾਰ ਦਿੰਦੀ। ਸਰਕਾਰ ਇੱਕ ਸਿਰਫ 50 ਰੁਪਏ ਪਰ ਯੂਨਿਟ ਰੀਫਰੈਸ਼ਮੈਂਟ ਦੇ ਦਿੰਦੀ ਹੈ ਜਦੋਂ ਅਸੀਂ ਕੈਂਪ ਲਾਉਂਦੇ ਆ। ਪਰ ਉਹ ਵੀ ਸਰਕਾਰ ਦਿੰਦੀ ਕਦੋਂ ਹੈ? ਦਿੰਦੀ ਨਹੀਂ। ਲਿਖਣ 'ਚ ਹੀ ਆਉਂਦਾ ਕਿ ਦੇਵਾਂਗੇ ਤੁਹਾਨੂੰ, ਦਿੰਦੇ ਨਹੀਂਗੇ। ਰੈੱਡ ਕਰਾਸ ਦੇ ਸਾਡੇ ਕਈ ਸਾਲਾਂ ਦੇ ਪੈਸੇ ਤੇ ਸਿਵਲ ਨੇ ਵੀ ਰੈੱਡ ਕਰਾਸ ਦਾ ਮੁੱਕਰ ਹੀ ਗਿਆ ਵੀ ਸਾਡੇ ਕੋਲ ਹੈ ਨਹੀਂ, ਦਿੱਤੇ ਹੀ ਨਹੀਂ ਸਾਨੂੰ। ਜਿਹੜੇ ਪਰ ਯੂਨਿਟ 50 ਰੁਪਏ ਦਿੰਦੇ ਆ, ਇੱਦਾਂ ਹੀ ਸਿਵਲ ਵਾਲਿਆਂ ਨੇ ਅੱਜ ਤੱਕ ਸਾਡੇ ਰੋਕੇ ਹੋਏ ਆ। ਜਿਹੜੇ ਪ੍ਰਾਈਵੇਟ DMC ਹੈ, CMC ਹੈ, ਅਪੋਲੋ ਹੈ, ਫੋਰਟਿਸ ਹੈ, ਓਸਵਾਲ ਵਾਲੇ ਆ, ਇਹ ਤਾਂ ਕੋਈ ਹੈਲਪ ਨਹੀਂ ਕਰਦੇ। ਰੀਫਰੈਸ਼ਮੈਂਟ 'ਚ ਵੀ ਨਹੀਂ ਕਰਦੇ। ਅੰਦਰ ਬਲੱਡ ਦੇਣ ਚੱਲ ਜਾਓ ਬੈਂਕ ਦੇ ਵਿੱਚ, ਉੱਥੇ ਹੈਲਪ ਕਰ ਦਿੰਦੇ ਆ ਰੀਫਰੈਸ਼ਮੈਂਟ ਦੀ। ਔਰ ਜਿਹੜੇ ਦੂਜੇ ਪ੍ਰਾਈਵੇਟ ਹਸਪਤਾਲਾਂ ਵਾਲੇ ਹੈਗੇ ਨੇ ਜਿਵੇਂ ਛੋਟੇ ਮੋਟੇ ਚੈਰੀਟੇਬਲ, ਇਹ ਸਾਨੂੰ ਫਿਰ ਸਪੋਰਟ ਕਰਦੇ ਆ। ਇਹ ਪਰ ਯੂਨਿਟ ਸਾਨੂੰ 100 ਰੁਪਏ ਤੱਕ ਦੇ ਦਿੰਦੇ ਆ, ਜਿਹਦੇ ਨਾਲ ਸਾਡੇ ਆਪਣੇ ਖਰਚੇ ਬਹੁਤ ਨੇ, ਗੱਡੀਆਂ ਦੇ ਖਰਚੇ ਨੇ, ਹੈ ਨਾ, ਹੋਰ ਸੰਸਥਾਵਾਂ ਦੇ ਹੋਰ ਬੜੇ ਖਰਚੇ ਨੇ। ਤਾਂ ਜੀ ਨਵਾਨਾ ਜੀ ਜਿਹੜੇ ਟੈਸਟ ਨੇ ਬਲੱਡ ਲੈਣ ਸਮੇਂ ਜਿਹੜੇ ਟੈਸਟ ਹੁੰਦੇ ਉਹ ਤਾਂ ਸਾਰੇ ਸੇਮ ਹੀ ਹੁੰਦੇ ਨੇ ਬਲੱਡ ਬੈਂਕਾਂ 'ਚ, ਉਹਦਾ ਤਾਂ ਕੋਈ ਫਰਕ ਨਹੀਂ ਹੈਗਾ? ਜਾਂ ਬਲੱਡ ਦਾ ਕੋਈ ਫਰਕ ਨਹੀਂ, ਬਲੱਡ ਤਾਂ ਸੇਮ ਹੀ ਹੈਗਾ, ਸਿਰਫ ਉਹਨਾਂ ਦੀ ਜਿਹੜੀ A ਪੋਜ਼ਿਟਿਵ B ਪੋਜ਼ਿਟਿਵ ਜਾਂ ਉਹਨਾਂ ਦੇ ਜਿਹੜੇ ਹੈਗੇ ਨੇ ਉਹਨਾਂ ਦੇ ਅਲੱਗ-ਅਲੱਗ ਉਹ ਨੇ। ਲੇਕਿਨ ਪਰ ਫਿਰ ਜਿਹੜੇ ਇੱਥੇ ਕੋਈ ਤੁਸੀਂ ਆਵਾਜ਼ ਚੱਕੇਗੀ ਸੰਸਥਾ ਤੁਹਾਡੀ ਜਾਂ ਤੁਸੀਂ ਹੋਰ ਵੀ ਕਈ ਸੰਸਥਾਵਾਂ ਨੇ ਉਹ ਇਕੱਠੀਆਂ ਹੋ ਕੇ ਇਸ ਸੰਬੰਧੀ ਕੋਈ ਨਾ ਕੋਈ DC ਨੂੰ ਜਾਂ CM ਨੂੰ ਕੋਈ ਮੰਗ ਪੱਤਰ ਦੇਣਗੇ? ਬਿਲਕੁਲ, ਮੈਂ ਅੱਗੇ ਵੀ ਇਹ ਮੰਗ ਪੱਤਰ ਪਹਿਲਾਂ ਭੇਜੇ ਸੀਗੇ। ਇਹ ਗੱਲ ਬਹੁਤ ਪੁਰਾਣੀ ਹੋ ਗਈ। ਜਦੋਂ ਮੈਂ ਅਕਾਲੀ ਦਲ ਦੇ ਵਿੱਚ ਸੀਗਾ 7-8 ਸਾਲ ਪਹਿਲਾਂ, ਮੈਂ ਜੋ ਸਰਕਾਰ ਸੀਗੀ ਉਦੋਂ ਮੈਂ ਭੇਜੇ ਸੀ ਮੰਗ ਪੱਤਰ, DC ਨੂੰ ਵੀ ਦੇ ਕੇ ਆਇਆ ਸੀ। ਜਦੋਂ ਸਰਕਾਰ ਦਾ ਰੇਟ 300 ਰੁਪਏ ਬਲੱਡ ਦਾ ਰੇਟ ਸੀ ਸਿਵਲ ਦਾ, ਉਦੋਂ ਇੱਕਦਮ 1000 ਕਰਤਾ ਸੀ। ਮੈਂ ਉਦੋਂ ਵੀ ਆਵਾਜ਼ ਚੱਕੀ ਸੀ। ਮੇਰੇ ਕੋਲ ਅੱਜ ਤੱਕ ਸਾਰਾ ਰਿਕਾਰਡ ਪਿਆ। ਤੇ ਕੀ ਰੇਟ ਨੇ ਤੁਸੀਂ ਸਾਨੂੰ ਦੱਸੋਗੇ ਥੋੜਾ ਜਿਹਾ? ਸਿਵਲ 'ਚ ਕੀ ਹੈ, ਰੈੱਡ ਕਰਾਸ ਕੀ ਹੈ, ਪ੍ਰਾਈਵੇਟ 'ਚ ਕੀ ਰੇਟ ਲੈਂਦੇ ਨੇ? ਦੇਖੋ ਹਾਂ, ਜੇ ਕਿਸੇ ਨੇ ਲੈਣਾ ਰੈੱਡ ਕਰਾਸ ਤੋਂ ਖੂਨ, ਉਹਨਾਂ ਦੀ ਪਾਲਿਸੀ ਹੈ DC ਦੀ ਪਾਲਿਸੀ, DC ਸਾਹਿਬ 500 ਰੁਪਏ ਦਾ ਦਿੰਦੇ ਆ ਖੂਨ ਜੇ ਤੁਸੀਂ ਉਹਨਾਂ ਨੂੰ ਖੂਨ ਡੋਨੇਟ ਕਰੋਗੇ। ਉਸ ਤੋਂ ਇਲਾਵਾ ਸਿਵਲ ਆ ਗਿਆ। ਸਿਵਲ ਦੀ ਵੀ ਸੇਮ ਪਾਲਿਸੀ ਹੈ ਕਿ 1000 ਰੁਪਏ ਪਰ ਯੂਨਿਟ ਲੈਂਦੇ ਆ, ਸਰਕਾਰ ਲੈਂਦੀ ਹੈ, ਪਰ ਉਹਦੇ ਵੇਲੇ ਤੁਹਾਨੂੰ ਖੂਨ ਵੀ ਦੇਣਾ ਪੈਂਦਾ। ਇਸੇ ਤਰ੍ਹਾਂ ਹੀ ਸਾਰੇ ਪ੍ਰਾਈਵੇਟ ਛੋਟੇ ਹਸਪਤਾਲ ਜਿਹੜੇ ਹੈਗੇ ਨੇ, ਚੈਰੀਟੇਬਲ ਹਸਪੀਟਲ, ਇਹਨਾਂ ਸਾਰਿਆਂ ਦਾ 1450 ਰੁਪਏ ਰੇਟ ਸਰਕਾਰ ਨੇ ਤੈਅ ਕੀਤਾ। ਲੇਕਿਨ ਇਹ ਲੈਂਦੇ ਨੇ 1500 ਤੋਂ ਲੈ ਕੇ 1800 2000 ਤੱਕ ਵੀ ਲੈਂਦੇ। ਕਈ ਵਿੱਚ ਜਦੋਂ ਕਹਿੰਦੇ ਸਾਡੇ ਕੋਲ ਰਿਪਲੇਸਮੈਂਟ ਨਹੀਂ ਹੈਗੀ, ਬੰਦਾ ਕਹਿੰਦਾ ਯਾਰ ਮੇਰੇ ਕੋਲ ਖੂਨ ਨਹੀਂ ਹੈਗਾ ਦੇਣ ਵਾਸਤੇ, ਕੋਈ ਡੋਨਰ ਨਹੀਂ ਹੈਗਾ, ਉਹਨੂੰ ਕਿਸੇ ਸੰਸਥਾ ਦਾ ਨਹੀਂ ਪਤਾ, ਉਦੋਂ ਉਹਦਾ ਸ਼ੋਸ਼ਣ ਹੁੰਦਾ, ਘਾਣ ਹੁੰਦਾ। ਇਹ ਬਲੱਡ ਬੈਂਕ ਕਰਦੇ ਆ ਪ੍ਰਾਈਵੇਟ ਵਾਲੇ। ਉਦੋਂ ਕਿੰਨੇ ਪੈਸੇ ਲੈਂਦੇ? ਕੋਈ ਪਤਾ ਨਹੀਂ ਇਹਨਾਂ ਦਾ। ਮੌਕੇ ਦੀ ਸੱਟ ਗਾਹਕ ਵੇਖ ਕੇ ਕਹਿ ਲਓ 2.5 ਤੋਂ ਲੈ 2000 2500 3000 5000 ਗੰਗਾ ਗਈਆਂ ਹੱਡੀਆਂ ਮੈਂ ਕਈ ਵਾਰੀ ਵਾਪਸ ਮੁੜਵਾਈਆਂ, ਆਉਂਦੀਆਂ ਨਹੀਂ। ਜਦੋਂ ਮੈਨੂੰ ਪਤਾ ਲੱਗਦਾ ਕਿ ਰਾਤ ਨੂੰ ਇੰਨੇ ਪੈਸੇ ਖਾ ਲਏ ਇਸ ਬਲੱਡ ਬੈਂਕ ਨੇ, ਸਵੇਰੇ ਮੈਨੂੰ ਕਿਸੇ ਤਰੀਕੇ ਪਤਾ ਲੱਗ ਜਾਂਦਾ, ਮੈਂ ਬੰਦੇ ਬੁਲਾ ਕੇ ਕਹਿੰਦਾ ਤੂੰ
ਲੈ ਕਿਦਾ ਪੈਸੇ ਤਾਂ। ਤੇ ਦੂਸਰਾ ਗੱਲ, ਤੁਸੀਂ ਜਿਹੜਾ ਹੈਗਾ ਇਹ ਵਪਾਰ ਹੋ ਰਿਹਾ ਨਾ, ਇਹ ਮੰਨਦੇ ਹੋ ਨਾ ਬਲੱਡ ਖੂਨ ਦਾ ਜਿਹੜਾ ਲੁਧਿਆਣਾ ਦੇ ਵਿੱਚ ਵਪਾਰ ਹੋ ਰਿਹਾ? ਅੱਜ ਵਪਾਰ ਬਹੁਤ ਘਟ ਗਿਆ, ਪਹਿਲਾਂ ਬਹੁਤ ਵੱਡੇ ਪੱਧਰ ਤੇ ਸੀ। ਅੱਜ ਤਾਂ ਸੰਸਥਾਵਾਂ ਸਤਿਗੁਰੂ ਦੀ ਰਹਿਮਤ ਨਾਲ ਇੰਨੀਆਂ ਕੁ ਆ ਗਈਆਂ ਤੇ ਉਹਦੇ ਕਰਕੇ ਠੱਲ ਪਈ ਹੈ ਵਪਾਰ ਨੂੰ ਕਾਫੀ। ਪਰ ਜਿਹੜੇ ਸਾਡੇ ਕੋਲ ਨਹੀਂ ਪਹੁੰਚ ਪਾਉਂਦੇ ਸੰਸਥਾਵਾਂ ਕੋਲ, ਉਹਨਾਂ ਦਾ ਅੱਜ ਵੀ ਵਪਾਰ ਰੱਜ ਕੇ ਹੁੰਦਾ। ਔਰ ਡੀਐਮਸੀ ਸੀਐਮਸੀ ਜਿਹੜੇ ਵੱਡੇ ਹਸਪਤਾਲ ਨੇ, ਇੱਥੇ ਵਪਾਰ ਨਹੀਂ ਹੁੰਦਾ ਨੇ। ਟੈਸਟ ਚਾਰजेस ਬਹੁਤ ਜ਼ਿਆਦਾ ਨੇ, ਉਹ ਫਿਕਸ ਨੇ। ਉਹ ਫਿਕਸ ਨਹੀਂ ਹੋਣੇ ਚਾਹੀਦੇ ਹੈਗੇ, ਜਿਵੇਂ ਹੋਰ ਖਲਾਸੇ ਹੋਏ ਨੇ, ਇਹ ਖਲਾਸੇ ਕਰਨੇ ਨਹੀਂ ਚਾਹੀਦੇ ਤੁਹਾਨੂੰ, ਲੋਕਾਂ ਨੂੰ, ਸੰਸਥਾਵਾਂ ਨੂੰ? ਬਿਲਕੁਲ, ਆਪਾਂ ਖੁਲਾਸਾ ਹੀ ਕਰ ਰਹੇ ਹਾਂ। ਮੈਂ ਤਾਂ ਕਈ ਵਾਰੀ ਬੋਲਿਆ, ਸਾਡੀ ਆਵਾਜ਼ ਨਹੀਂ ਪਹੁੰਚਦੀ। ਇਹ ਬਿਲਕੁਲ ਸਰਕਾਰ ਨੇ 1450 ਫਿਕਸ ਕੀਤਾ ਹੋਇਆ। ਇਹ ਡੀਐਮਸੀ ਨੇ ਤੇ 2-3 ਸਾਲ ਪਹਿਲਾਂ ਇਹਨਾਂ ਨੇ ਰੇਟ ਕਰਤਾ ਸੀ 4500 ਰੁਪਈਆ। ਫਿਰ ਕਿਸੇ ਨੇ ਹਾਈ ਕੋਰਟ ਤੋਂ ਰਿਟ ਲਾਈ, ਝਾੜ ਪਈ, ਫਿਰ ਇਹ ਆਏ ਥੱਲੇ 3040 ਰੁਪਏ ਤੇ। ਹੁਣ 3040 ਰਹਿੰਦੇ ਆ, ਅਜੇ ਵੀ ਡਬਲ ਰੇਟ ਹੈ ਇਹਨਾਂ ਦਾ। ਇਹ ਸਰਕਾਰ ਨੇ ਕਰਨਾ ਹੈ, ਸਰਕਾਰ ਵਪਾਰ ਕਰਾਉਂਦੀ। ਮੈਂ ਫਿਰ ਸਰਕਾਰ ਨੂੰ ਆੜੀ ਹੱਥੇ ਲੈਣਾ, ਵਿੱਚ ਹੀ ਕੇਂਦਰ ਨੂੰ, ਵਿੱਚ ਹੀ ਪੰਜਾਬ ਸਰਕਾਰ ਨੂੰ। ਜਦੋਂ ਸਾਡੇ ਕੋਲ GST CST ਲੈਂਦੇ ਆ, ਇਹਨਾਂ ਨੂੰ ਖੂਨ ਫ੍ਰੀ ਦੇਣਾ ਚਾਹੀਦਾ। ਇਹ ਜਿਹੜੀ ਇਹਨਾਂ ਨੂੰ ਬਲੱਡ ਬੈਂਕਾਂ ਨੇ ਕੋਈ ਜ਼ਿਆਦਾ ਟੈਸਟਿੰਗ ਫੀਸ ਨਹੀਂ ਹੈਗੀ, ਇਹਨਾਂ ਨੂੰ ਸਰਕਾਰ ਨੂੰ ਪੇ ਕਰਨੀ ਚਾਹੀਦੀ ਇਹਦੀ ਫੀਸ। ਔਰ ਟੋਟਲੀ ਬਲੱਡ ਫ੍ਰੀ ਹੋਣਾ ਚਾਹੀਦਾ, ਇਹਦਾ ਵਪਾਰ ਨਹੀਂ ਹੋਣਾ ਚਾਹੀਦਾ। ਬਿਲਕੁਲ, ਤਰਨਜੀਤ ਦਮਾਣਾ ਨਾਲ ਗੱਲ ਕੀਤੀ ਆ। ਬਲੱਡ ਸੇਵਾ, ਇੱਕ ਭਾਈ ਕਨਈਆ ਸੇਵਾ ਮਿਸ਼ਨ ਚਲਾਉਂਦੇ ਨੇ, ਬਲੱਡ ਵੀ ਦਾਨ ਕਰਦੇ ਨੇ। ਪਰ ਬਲੱਡ ਜਦੋਂ ਦਾਨ ਕੀਤਾ ਜਾਂਦਾ ਹੈਗਾ, ਉੱਥੇ ਇਹਨਾਂ ਨੂੰ ਸਿਰਫ ਰਿਫਰੈਸ਼ਮੈਂਟ ਲਈ 50 ਰੁਪਏ ਸਰਕਾਰੀ ਜਾਂ ਅਦਾਰੇ ਚੋਂ ਮਿਲਦੇ ਨੇ, ਜੇ ਪ੍ਰਾਈਵੇਟ ਚੋਂ 100 ਰੁਪਇਆ ਮਿਲਦਾ ਹੈਗਾ। ਲੇਕਿਨ ਸਰਕਾਰਾਂ ਵੱਲੋਂ ਕੋਈ ਹਦਾਇਤ ਨਹੀਂ ਹੁੰਦੀ। ਪਰ ਜ਼ਰੂਰ ਜਿਹੜੇ ਨੇ, ਜੇਕਰ ਕਿਸੇ ਮਜਬੂਰ ਬੰਦੇ ਨੂੰ ਬਲੱਡ ਲੈਣ ਜਾਣਾ ਪੈਂਦਾ, ਚਾਹੇ ਉਹ ਵੱਡੇ ਹਸਪੀਟਲ ਨੇ ਲੁਧਿਆਣਾ ਸ਼ਹਿਰ ਦੇ, ਚਾਹੇ ਕੋਈ ਛੋਟਾ ਹਸਪੀਟਲ ਆ, ਉੱਥੇ ਰੇਟ ਉਹਨਾਂ ਵੱਲੋਂ ਆਪ ਫਿਕਸ ਕੀਤੇ ਗਏ ਨੇ। ਜਦ ਕਿ ਇਹ ਰੈੱਡ ਕਰਾਸ ਦੇ ਵਿੱਚ ਤੁਸੀਂ ਜਾਏਂਗੇ, ਜੇ ਡੋਨਰ ਨਾਲ ਆ ਤਾਂ 900 ਰੁਪਈਆ, 500 ਰੁਪਈਆ, ਜੇ ਡੋਨਰ ਨਹੀਂ ਤਾਂ 900 ਰੁਪਏ 'ਚ ਮਿਲ ਜਾਂਦਾ। ਜੇ ਸਿਵਲ ਹਸਪੀਟਲ 'ਚ ਜਾਂਦੇ ਤੁਸੀਂ 1000 ਰੁਪਏ ਦੇ ਕਰੀਬ ਮਿਲ ਜਾਂਦਾ। ਪ੍ਰਾਈਵੇਟ ਹਸਪੀਟਲ ਦੇ ਵਿੱਚ ਜੇਕਰ ਤੁਸੀਂ ਬਲੱਡ ਲੈਣ ਜਾਂਦੇ ਤਾਂ ਉਹਦਾ ਖਰਚਾ ਜਿਹੜਾ ਤੁਹਾਨੂੰ ਹੈਗਾ 2000 ਤੋਂ 3000 ਚੁਕਾਉਣਾ ਪੈਂਦਾ, ਨਾਲ ਡੋਨਰ ਵੀ ਦੇਣਾ ਪੈਂਦਾ। ਜਦ ਕਿ ਅਸੀਂ ਹੁਣ ਤੱਕ ਜਿੰਨਾ ਦੇਖਿਆ ਹੈਗਾ, ਜੇਕਰ ਕੋਈ ਮਜਬੂਰ ਇਨਸਾਨ ਆ, ਜੇਕਰ ਕੋਈ ਬੰਦਾ ਨਹੀਂ ਦੇ ਸਕਦਾ, ਤਾਂ ਜੋ ਤੈਅ ਕੀਮਤ ਆ 1450 ਦੇ ਵਿੱਚ ਉਹਨੂੰ ਬਲੱਡ ਮਿਲ ਸਕਦਾ, ਬਲੱਡ ਲੈ ਸਕਦਾ। ਲੇਕਿਨ ਪਰ ਨਹੀਂ, ਉਹ ਤਾਂ ਸ਼ੋਸ਼ਣ ਕੀਤਾ ਜਾਂਦਾ, ਉਹ ਤੋਂ ਬਲੱਡ ਡੋਨਰ ਵੀ ਮੰਗਿਆ ਜਾਂਦਾ ਤੇ ਉਹ ਤੋਂ ਜਿਹੜਾ ਅਮਾਊਂਟ ਆ ਉਹ ਵੀ ਜਿਹੜੀ ਹੈਗੀ ਆ ਕਈ ਗੁਣਾ ਜ਼ਿਆਦਾ ਮੰਗੀ ਜਾਂਦੀ ਹੈਗੀ ਆ। ਤੇ ਉੱਥੇ ਹਵਾਲਾ ਦਿੱਤਾ ਜਾਂਦਾ ਹੈਗਾ, ਟੈਸਟ ਬਹੁਤ ਮਹਿੰਗੇ ਨੇ। ਕੀ ਟੈਸਟ ਸਰਕਾਰੀ 'ਚ ਜਾਂ ਰੈੱਡ ਕਰਾਸ 'ਚ ਜਾਂ ਹੋਰ, ਉੱਥੇ ਟੈਸਟ ਬਿਲਕੁਲ ਸਹੀ ਨਹੀਂ ਹੁੰਦੇ, ਜਾਂ ਉੱਥੇ ਟੈਸਟਾਂ ਦਾ ਰੇਟ ਘੱਟ ਆ। ਕਿਤੇ ਨਾ ਕਿਤੇ ਸਰਕਾਰ ਨੂੰ ਟੈਸਟਾਂ ਦੇ ਉੱਤੇ ਜਾਂ ਜਿਹੜੇ ਲੈਬੋਰਟਰੀ ਟੈਸਟ ਨੇ ਉਹਨਾਂ ਦੇ ਸਕੰਜਾ ਕੱਸਣਾ ਚਾਹੀਦਾ। ਤੇ ਖੂਨ ਜਿਹੜਾ ਮਹਾਦਾਨ ਆ, ਖੂਨਦਾਨ ਮਹਾਦਾਨ, ਖੂਨ ਦੇ ਦਾਨ ਆ, ਉਹਦੇ ਵਿੱਚ ਸਿਰਫ ਨੋਮੀਨਲ ਚਾਰजेस ਲੈਣੇ ਚਾਹੀਦੇ, ਨਾ ਕਿ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾਉਣਾ ਚਾਹੀਦਾ। ਇਸ ਤਰ੍ਹਾਂ ਜਿਹੜੇ ਕਦਮ ਚੱਕਣੇ ਚਾਹੀਦੇ ਨੇ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲੇ। ਨਿਮਾਣਾ ਜੀ, ਕੁਝ ਹੋਰ ਤੁਸੀਂ ਕਹਿਣਾ ਚਾਹੁੰਦੇ ਹੋ ਇਸ 'ਤੇ? ਬਿਲਕੁਲ ਜੀ, ਮੈਂ ਪਹਿਲਾਂ ਤਾਂ ਇਹ ਕਹੂੰਗਾ ਜਿਹੜੇ ਡੀਐਮਸੀ ਸੀਐਮਸੀ ਔਰ ਫੋਰਟਿਸ ਵਰਗੇ ਹਸਪਤਾਲ ਨੇ, ਸਰਕਾਰ ਨੂੰ ਇਹਨਾਂ ਰੇਟਾਂ ਤੇ ਲਗਾਮ ਲਗਾਉਣੀ ਚਾਹੀਦੀ ਹੈ। ਇਹਨਾਂ ਨੂੰ ਹਸਪੀਟਲ ਨੂੰ ਟੈਸਟ ਦੇਣੇ ਚਾਹੀਦੇ, ਇਹ ਉਹਨਾਂ ਨੂੰ ਐਡ ਦੇਣੀ ਚਾਹੀਦੀ ਹੈ। ਮੈਂ ਕਹਿੰਦਾ ਸਾਰੇ ਹਸਪਤਾਲਾਂ ਐਡ ਦੇਣੀ ਚਾਹੀਦੀ, ਇਹ ਟੋਟਲ ਫ੍ਰੀ ਹੋਣਾ ਚਾਹੀਦਾ ਹੈ। ਦੂਸਰਾ, ਡੀਐਮਸੀ ਸੀਐਮਸੀ ਫੋਰਟਿਸ ਔਰ ਅਪੋਲੋ ਨੂੰ ਛੱਡ ਕੇ ਜਿੰਨੇ ਵੀ ਪ੍ਰਾਈਵੇਟ ਅਦਾਰੇ ਨੇ, ਚੈਰੀਟੇਬਲ ਹਸਪਤਾਲ ਨੇ, ਉਹਨਾਂ ਦੀ ਫੀਸ 1500 ਰੁਪਈਆ ਖੂਨ ਬਦਲੇ ਖੂਨ ਦੇ ਕੇ। ਜੇ ਉਹ ਤੁਹਾਡੇ ਕੋਲ ਲੈਂਦੇ ਨੇ ਤਾਂ ਬਿਲਕੁਲ ਠੀਕ ਹੈ। ਅਗਰ ਔਰ ਤੁਹਾਡੇ ਕੋਲ ਇਸ ਤੋਂ ਵੱਧ ਲੈਂਦੇ ਨੇ, ਤੁਹਾਡੇ ਕੋਲ ਡੋਨਰ ਨਹੀਂ ਹੈਗਾ, ਤਾਂ ਤੁਹਾਡਾ ਸ਼ੋਸ਼ਣ ਕਰ ਰਹੇ ਨੇ, ਵਪਾਰ ਕਰ ਰਹੇ ਨੇ, ਘਾਣ ਕਰ ਰਹੇ ਨੇ। ਅਗਰ ਤੁਹਾਡੇ ਨਾਲ ਕੋਈ ਵੀ ਕਿ ਡੀਐਮਸੀ ਸੀਐਮਸੀ ਵਪਾਰ ਨਹੀਂ ਕਰ ਰਹੇ ਹੈਗੇ? ਮੈਂ ਤਾਂ ਪਹਿਲਾਂ ਕਹਤਾ ਜੀ ਕਰ ਰਹੇ ਨੇ। ਉਹ ਹੁਣ ਕਹਿੰਦੇ ਸਾਡੇ ਖਰਚੇ ਬਹੁਤ ਨੇ। ਕਈ ਵਾਰੀ ਆਵਾਜ਼ ਜਾ ਕੇ ਚੱਕੀ ਇਹਨਾਂ ਕੋਲੇ, ਉਹ ਕਹਿੰਦੇ ਸਾਡੇ ਖਰਚੇ ਬਹੁਤ ਜ਼ਿਆਦਾ ਨੇ, ਕਰੋੜਾਂ ਦੀਆਂ ਮਸ਼ੀਨਾਂ ਨੇ, ਅੰਦਰ ਡਾਕਟਰਾਂ ਦੀ ਫੀਸਾਂ ਨੇ, ਬੈਗ ਦੀ ਕਿੱਟ ਦੀ ਫੀਸ ਹੈ। ਸੋ ਇਸ ਕਰਕੇ ਉਹ ਖਰਚੇ ਵੱਡੇ ਗਿਣਾਉਂਦੇ ਆ। ਉਹ ਤਾਂ ਕਹਿੰਦੇ ਸਾਡਾ ਨੁਕਸਾਨ ਹੋ ਰਿਹਾ, ਪਰ ਮੈਂ ਕਹਿੰਦਾ ਨੁਕਸਾਨ ਨਹੀਂ ਹੋ ਰਿਹਾ, ਬਹੁਤ ਪੈਸੇ ਕਮਾ ਰਹੇ ਆ। ਬਿਲਕੁਲ, ਕਿਤੇ ਨਾ ਕਿਤੇ ਸਰਕਾਰਾਂ ਨੂੰ ਜਿਹੜਾ ਰੇਟ ਫਿਕਸ ਕਰਨੇ ਚਾਹੀਦੇ ਨੇ। ਕਿਤੇ ਨਾ ਕਿਤੇ ਖੂਨ ਮਹਾਦਾਨ ਹੈ, ਇਸ ਤੇ ਕੋਈ ਨਾ ਕੋਈ ਸਖਤੀ ਕਰਨੀ ਚਾਹੀਦੀ, ਤਾਂ ਜੋ ਕੋਈ ਵੀ ਨਿੱਜੀ ਹਸਪੀਟਲ ਆ, ਚਾਹੇ ਕੋਈ ਵੀ ਹਸਪੀਟਲ ਆ, ਉੱਥੇ ਖੂਨਦਾਨ ਮਹਾਦਾਨ ਹੁੰਦਾ, ਉੱਥੇ ਕਿਤੇ ਨਾ ਕਿਤੇ ਲੋਕਾਂ ਨੂੰ ਰਾਹਤ ਦੇਣ ਲਈ ਸਰਕਾਰ ਰੇਟ ਫਿਕਸ ਕਰੇ, ਤਾਂ ਜੋ ਖਰਚੇ ਆਉਂਦੇ ਨੇ, ਚਾਹੇ ਕੋਈ ਵੱਡਾ ਹਸਪੀਟਲ, ਚਾਹੇ ਕੋਈ ਛੋਟਾ ਹਸਪੀਟਲ ਆ, ਚਾਹੇ ਕੋਈ ਪ੍ਰਾਈਵੇਟ ਆ, ਚਾਹੇ ਕੋਈ ਸਰਕਾਰੀ ਆ, ਰੇਟ ਫਿਕਸ ਕੀਤੇ ਜਾਣ ਤਾਂ ਜੋ ਆਮ ਲੋਕਾਂ ਨੂੰ ਮਜਬੂਰੀ ਦੇ ਵਿੱਚ ਖੂਨ ਲੈਣ ਦੀ ਜ਼ਰੂਰਤ ਪੈਂਦੀ ਆ, ਤਾਂ ਜੋ ਮਜਬੂਰ ਲੋਕ ਹੀ ਖੂਨ ਲੈਂਦੇ ਨੇ, ਹੋਰ ਕੋਈ ਵੀ ਖੂਨ ਨਹੀਂ ਲੈਂਦਾ। ਸੋ ਕਿਤੇ ਨਾ ਕਿਤੇ ਲੋਕਾਂ ਨੂੰ ਰਾਹਤ ਮਿਲ ਸਕੇ। ਲੁਧਿਆਣਾ ਤੋਂ ਕੈਮਰਾ ਪਰਸਨ ਰੋਹਿਤ ਦੇ ਨਾਲ ਤਰਸੇਮ ਭਾਰਦਵਾਜ।